ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਿਤਾ ਕਾਲੂ ਜੀ ਨੇ ਇੱਕ ਦਿਨ ਗੁਰੂ ਜੀ ਨੂੰ ਆਖਿਆ, ਤੁਸੀਂ ਹੁਣ ਵੱਡੇ ਹੋ ਗਏ ਹੋ, ਕੁਝ ਧਨ ਕਮਾਉਣਾ ਵੀ ਸਿੱਖੋ। ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਦੀ ਉਮਰ 17 ਸਾਲ ਦੀ ਹੋ ਚੁੱਕੀ ਸੀ। ਪਿਤਾ ਜੀ ਨੇ ਬਹੁਤ ਸੋਚ ਸਮਝ ਕੇ ਵਪਾਰ ਲਈ ਨਾਨਕ ਜੀ ਨੂੰ 20 ਰੁਪਏ ਦਿੱਤੇ ਤੇ ਕਿਹਾ, ਇਹਨਾਂ ਰੁਪਈਆਂ ਵੱਲੋਂ ਇੱਕ ਛੋਟਾ ਜਿਹਾ ਵਪਾਰ ਸ਼ੁਰੂ ਕਰੋ। ਮੁਨਾਫਾ ਹੋਣ ਉੱਤੇ ਮੈਂ ਤੁਹਾਡੀ ਲਗਾਤਾਰ ਸਹਾਇਤਾ ਕਰਦਾ ਰਹਾਂਗਾ। ਮੈਨੂੰ ਪੂਰੀ ਆਸ ਹੈ ਕਿ ਇੱਕ ਦਿਨ ਤੂੰ ਬਹੁਤ ਵੱਡਾ ਵਪਾਰੀ ਬਣ ਸਕਦਾ ਹੈ। ਬਹੁਤ ਸਮਝਾ ਬੁਝਾ ਕੇ ਇੱਕ ਸਹਾਇਕ ਦੇ ਰੂਪ ਵਿੱਚ ਗੁਆਂਢੀਆਂ ਦਾ ਮੁੰਡਾ, ਜਿਸ ਦਾ ਨਾਂ ਬਾਲਾ ਸੀ, ਜੋ ਕਿ ਨਾਨਕ ਜੀ ਦਾ ਬਚਪਨ ਦਾ ਮਿੱਤਰ ਹੋਣ ਦੇ ਕਾਰਨ ਸਮਾਨ ਉਮਰ ਦਾ ਸੀ, ਉਹਨਾਂ ਦੇ ਨਾਲ ਭੇਜ ਦਿੱਤਾ ਤਾਂ ਕਿ ਨਾਨਕ ਜੀ ਨੂੰ ਆਪਣੀ ਰਾਏ ਦੇ ਕੇ ਸਹਾਇਤਾ ਵੀ ਕਰਦਾ ਰਹੇ। ਹੁਣ ਨਾਨਕ ਜੀ ਨੂੰ ਪਿਤਾ ਜੀ ਨੇ ਇੱਕ ਵਿਸ਼ੇਸ਼ ਆਦੇਸ਼ ਦਿੱਤਾ ਕਿ ਪੁੱਤਰ, ਕਿਤੇ ਧੋਖਾ ਨਹੀਂ ਖਾਣਾ, ਖਰਿਆ ਸੌਦਾ ਹੀ ਕਰਨਾ, ਜਿਸ ਵਿੱਚ ਮੁਨਾਫਾ ਨਿਸ਼ਚਿਤ ਹੀ ਹੋਵੇ। ਦੋਨੋਂ ਮਿੱਤਰ ਤਲਵੰਡੀ ਵੱਲੋਂ ਗੁਆਂਢੀ ਨਗਰ ਵੱਲ ਚੱਲ ਪਏ। ਰਸਤੇ ਵਿੱਚ ਇੱਕ ਸਥਾਨ ਉੱਤੇ ਸੜਕ ਦੇ ਕੰਢੇ ਉੱਤੇ ਸਾਧੂਆਂ ਦਾ ਡੇਰਾ ਵਿਖਾਈ ਦਿੱਤਾ। ਨਾਨਕ ਜੀ ਨੇ ਸਾਧੂਆਂ ਦੇ ਦਰਸ਼ਨਾਂ ਦੀ ਇੱਛਾ ਜ਼ਾਹਿਰ ਕੀਤੀ ਤੇ ਦੋਨੋਂ ਸਾਥੀ ਰਸਤਾ ਛੱਡ ਸਾਧੂਆਂ ਦੇ ਡੇਰੇ ਪਹੁੰਚ ਗਏ। ਸਾਰੇ ਸਾਧੂ ਭਜਨ ਵਿੱਚ ਵਿਅਸਤ ਸਨ। ਨਾਨਕ ਜੀ ਨੇ ਉਹਨਾਂ ਦੇ ਮਹੰਤ ਨਾਲ ਗੱਲਬਾਤ ਕੀਤੀ ਤੇ ਪੁੱਛਿਆ, ਸੰਤੋ ਜੀ, ਤੁਹਾਡੇ ਭੋਜਨ ਪਾਣੀ ਦੀ ਕੀ ਵਿਵਸਥਾ ਹੈ? ਜਵਾਬ ਵਿੱਚ ਮਹੰਤ ਨੇ ਦੱਸਿਆ, ਪੁੱਤਰ, ਕੋਈ ਦਾਨੀ ਭੋਜਨ ਲਿਆ ਦਿੰਦਾ ਹੈ ਤਾਂ ਅਸੀਂ ਭੋਜਨ ਕਰ ਲੈਂਦੇ ਹਾਂ, ਨਹੀਂ ਤਾਂ ਬਿਨਾਂ ਭੋਜਨ ਦੇ ਹੀ ਅਸੀਂ ਸਮਾਂ ਬਤੀਤ ਕਰਦੇ ਹਾਂ। ਇਹ ਸੁਣ ਕੇ ਨਾਨਕ ਜੀ ਨੇ ਮਹੰਤ ਨੂੰ 20 ਰੁਪਏ ਦੇ ਦਿੱਤੇ ਤੇ ਕਿਹਾ, ਮਹਾਂਪੁਰਖੋ, ਤੁਸੀਂ ਇਸ ਵੱਲੋਂ ਆਪਣੇ ਭੋਜਨ ਦਾ ਪ੍ਰਬੰਧ ਕਰ ਲਵੋ। ਮਹੰਤ ਜੀ ਨੇ ਪੁੱਛਿਆ, ਪੁੱਤਰ, ਇਹ ਰੁਪਏ ਤੂੰ ਅਸਾਂ ਸਾਧੂਆਂ ਨੂੰ ਕਿਉਂ ਦੇਣਾ ਚਾਹੁੰਦੇ ਹੋ? ਜਵਾਬ ਵਿੱਚ ਨਾਨਕ ਜੀ ਨੇ ਕਿਹਾ, ਮੈਨੂੰ ਪਿਤਾ ਜੀ ਨੇ ਇੱਕ ਖਰਾ ਸੌਦਾ ਕਰਨ ਲਈ ਭੇਜਿਆ ਹੈ। ਮੈਨੂੰ ਲੱਗਦਾ ਹੈ ਕਿ ਇਸ ਤੋਂ ਅੱਛਾ ਖਰਾ ਸੌਦਾ ਹੋਰ ਹੋ ਹੀ ਨਹੀਂ ਸਕਦਾ। ਇਸ ਵਿੱਚ ਮੁਨਾਫਾ ਹੀ ਮੁਨਾਫਾ ਵਿਖਾਈ ਦਿੰਦਾ ਹੈ। ਤਦ ਮਹੰਤ ਨੇ ਕਿਹਾ, ਪੁੱਤਰ, ਅਸੀਂ ਰੁਪਈਏ ਨਹੀਂ ਲੈਂਦੇ। ਜੇਕਰ ਤੁਹਾਡੀ ਇੱਛਾ ਹੈ ਤਾਂ ਸਾਨੂੰ ਅਨਾਜ ਲਿਆ ਦਿਓ, ਅਸੀਂ ਆਪ ਭੋਜਨ ਤਿਆਰ ਕਰ ਲਵਾਂਗੇ। ਇਹ ਸੁਣ ਕੇ ਨਾਨਕ ਜੀ ਕੋਲ ਦੇ ਨਗਰ ਚੂੜਕਾਨੇ ਗਏ। ਉੱਥੋਂ ਸਾਰੇ ਪ੍ਰਕਾਰ ਦੀ ਰਸਦ ਖਰੀਦ ਕੇ ਬੈਲ ਗੱਡੀ ਵਿੱਚ ਲਦਵਾ ਕੇ ਸਾਧੂਆਂ ਨੂੰ ਲਿਆ ਦਿੱਤੀ ਤੇ ਉਹਨਾਂ ਸਾਧੂਆਂ ਨੇ ਭੋਜਨ ਤਿਆਰ ਕਰਕੇ ਛਕ ਲਿਆ। ਗੁਰੂ ਜੀ ਬਹੁਤ ਸੰਤੁਸ਼ਟ ਹੋਏ ਤੇ ਗੁਰੂ ਜੀ ਘਰ ਵਾਪਸ ਪਰਤ ਆਏ। ਤਲਵੰਡੀ ਪਿੰਡ ਦੇ ਨਜ਼ਦੀਕ ਪਹੁੰਚਣ ਉੱਤੇ ਗੁਰੂ ਜੀ ਆਪਣੇ ਪਿੰਡ ਦੀ ਬਾਹਰ ਵਾਲੀ ਚੁਪਾਲ ਉੱਤੇ ਬੈਠ ਗਏ ਤੇ ਬਾਲੇ ਨੂੰ ਘਰ ਭੇਜ ਦਿੱਤਾ। ਜਦੋਂ ਪਿਤਾ ਕਾਲੂ ਜੀ ਨੂੰ ਗਿਆਤ ਹੋਇਆ ਕਿ ਬਾਲਾ ਪਰਤ ਆਇਆ ਹੈ ਪਰ ਨਾਨਕ ਦਾ ਕਿਤੇ ਪਤਾ ਨਹੀਂ, ਤਾਂ ਉਹਨਾਂ ਨੇ ਤੁਰੰਤ ਬਾਲੇ ਨੂੰ ਸੱਦ ਕੇ ਸਾਰੀ ਜਾਣਕਾਰੀ ਪ੍ਰਾਪਤ ਕੀਤੀ। ਜਿਵੇਂ ਹੀ ਉਹਨਾਂ ਨੂੰ ਗਿਆਤ ਹੋਇਆ ਕਿ ਸਾਰੇ ਰੁਪਏ ਨਾਨਕ ਜੀ ਨੇ ਸਾਧੂਆਂ ਨੂੰ ਭੋਜਨ ਕਰਾਉਣ ਉੱਤੇ ਖਰਚ ਕਰ ਦਿੱਤੇ, ਤਾਂ ਉਹ ਗੁੱਸਾ ਹੋ ਉੱਠੇ ਤੇ ਨਾਨਕ ਜੀ ਦੀ ਖੋਜ ਵਿੱਚ ਚੱਲ ਦਿੱਤੇ। ਉਹਨਾਂ ਦਿਨਾਂ ਵਿੱਚ ਭੈਣ ਨਾਨਕੀ ਜੀ ਵਿਆਹ ਤੋਂ ਬਾਅਦ ਪਹਿਲੀ ਵਾਰ ਪੇਕੇ ਆਈ ਹੋਈ ਸੀ। ਜਿਵੇਂ ਹੀ ਉਹਨਾਂ ਨੂੰ ਪਤਾ ਚੱਲਿਆ ਕਿ ਪਿਤਾ ਜੀ ਕ੍ਰੋਧ ਵਿੱਚ ਹਨ, ਤਾਂ ਉਹ ਪਿਤਾ ਜੀ ਦੇ ਪਿੱਛੇ ਚੱਲ ਪਏ। ਖੋਜਦੇ ਨਾਨਕ ਜੀ ਪਿਤਾ ਕਲਿਆਣ ਚੰਦ ਜੀ ਨੂੰ ਸੁੱਕੇ ਤਲਾਬ ਦੇ ਕੰਢੇ ਦੀ ਚੁਪਾਲ ਉੱਤੇ ਬੈਠੇ ਮਿਲ ਗਏ। ਤਦ ਕੀ ਸੀ, ਪਿਤਾ ਜੀ ਨੇ ਨਾਨਕ ਜੀ ਨੂੰ ਆਦ ਬੋਚਿਆ ਤੇ ਪੁੱਛਿਆ, ਰੁਪਏ ਕਿੱਥੇ ਹਨ? ਇਸ ਉੱਤੇ ਨਾਨਕ ਜੀ ਸ਼ਾਂਤ ਚਿੱਤ ਬੈਠੇ ਰਹੇ। ਕੋਈ ਜਵਾਬ ਨਹੀਂ ਪਾ ਕੇ ਕਾਲੂ ਜੀ ਨੇ ਕ੍ਰੋਧ ਵਿੱਚ ਆ ਕੇ ਨਾਨਕ ਜੀ ਦੇ ਗਲ ਉੱਤੇ ਜ਼ੋਰ ਵੱਲੋਂ ਇੱਕ ਚਪੇੜ ਜੜ ਦਿੱਤੀ ਤੇ ਫਟਕਾਰਨ ਲੱਗੇ। ਜਿਵੇਂ ਹੀ ਉਹਨਾਂ ਨੇ ਦੁਬਾਰਾ ਚਪੇੜ ਲਾਉਣ ਲਈ ਹੱਥ ਉੱਤੇ ਚੁੱਕਿਆ, ਉਦੋਂ ਭੈਣ ਨਾਨਕੀ ਜੀ ਨੇ ਉਹਨਾਂ ਦਾ ਹੱਥ ਫੜ ਲਿਆ ਤੇ ਆਪ ਆਪਣੇ ਪਿਆਰੇ ਭਰਾ
ਤੇ ਪਿਤਾ ਜੀ ਦੇ ਵਿੱਚ ਦੀਵਾਰ ਬਣ ਕੇ ਖੜੀ ਹੋ ਗਈ। ਪਿਤਾ ਜੀ ਦਾ ਕ੍ਰੋਧ ਸ਼ਾਂਤ ਹੋਣ ਨੂੰ ਨਹੀਂ ਆ ਰਿਹਾ ਸੀ, ਪਰ ਕਰਦੇ ਵੀ ਕੀ, ਜੋ ਹੋਣਾ ਸੀ ਉਹ ਤਾਂ ਹੋ ਚੁੱਕਿਆ ਸੀ। ਧੀ ਨਾਨਕੀ ਜੀ ਦੇ ਸਮਝਾਉਣ ਬੁਝਾਉਣ ਉੱਤੇ ਨਾਨਕ ਜੀ ਨੂੰ ਨਾਲ ਲੈ ਕੇ ਘਰ ਪਰਤ ਆਏ ਤੇ ਜਦੋਂ ਇਸ ਗੱਲ ਦਾ ਪਤਾ ਰਾਏ ਬੁਲਾਰ ਨੂੰ ਲੱਗਾ ਤਾਂ ਉਹਨਾਂ ਨੇ ਮਹਿਤਾ ਕਾਲੂ ਜੀ ਨੂੰ ਸੱਦ ਭੇਜਿਆ। ਜਦੋਂ ਪਿਤਾ ਪੁੱਤਰ ਦੋਨੋਂ ਰਾਏ ਬੁਲਾਰ ਜੀ ਦੇ ਸਨਮੁਖ ਮੌਜੂਦ ਹੋਏ ਤਾਂ ਰਾਏ ਜੀ ਨੇ ਨਾਨਕ ਜੀ ਉੱਤੇ ਪ੍ਰਸ਼ਨ ਕੀਤਾ, ਪੁੱਤਰ ਤੂੰ ਸਾਰੇ ਰੁਪਏ ਫਕੀਰਾਂ ਉੱਤੇ ਕਿਉਂ ਖਰਚ ਕਰ ਦਿੱਤੇ? ਜਵਾਬ ਵਿੱਚ ਨਾਨਕ ਜੀ ਕਹਿਣ ਲੱਗੇ, ਮੈਨੂੰ ਜਾਂਦੇ ਸਮੇਂ ਪਿਤਾ ਜੀ ਨੇ ਵਿਸ਼ੇਸ਼ ਆਦੇਸ਼ ਦਿੱਤਾ ਸੀ ਕਿ ਵੇਖਣਾ ਪੁੱਤਰ ਖਰਿਆ ਸੌਦਾ ਹੀ ਕਰਨਾ। ਇਸ ਲਈ ਮੈਂ ਆਪਣੇ ਵੱਲੋਂ ਬਹੁਤ ਸੋਚ ਸਮਝ ਕੇ ਖਰਾ ਸੌਦਾ ਹੀ ਕੀਤਾ ਹੈ। ਇਸ ਵਿੱਚ ਮੁਨਾਫਾ ਹੀ ਮੁਨਾਫਾ ਹੈ। ਇਹ ਜਵਾਬ ਸੁਣ ਕੇ ਰਾਏ ਬੁਲਾਰ ਨੇ ਮਹਿਤਾ ਕਾਲੂ ਜੀ ਨੂੰ ਕਿਹਾ, ਵੇਖੋ ਕਾਲੂ, ਮੈਂ ਪਹਿਲਾਂ ਵੀ ਕਈ ਵਾਰ ਕਹਿ ਚੁੱਕਿਆ ਕਿ ਨਾਨਕ ਜੀ ਵੱਲੋਂ ਭੁੱਲ ਕੇ ਵੀ ਅਪੱਦਰ ਸੁਭਾਅ ਨਹੀਂ ਕਰਨਾ, ਪਰ ਤੁਸੀਂ ਹੋ ਕਿ ਇਸ ਗੱਲ ਨੂੰ ਸਮਝਦੇ ਹੀ ਨਹੀਂ ਤੇ ਆਪਣੀ ਮਨਮਾਨੀ ਕਰਦੇ ਹੋ। ਅੱਜ ਵੱਲੋਂ ਇੱਕ ਗੱਲ ਇਕੱਠ ਬੰਨ ਲਵੋ ਕਿ ਨਾਨਕ ਜੀ ਜੋ ਵੀ ਕਾਰਜ ਕਰਨ ਉਸ ਵਿੱਚ ਰੁਕਾਵਟ ਨਾ ਪਾਉਣਾ। ਜੇਕਰ ਤੁਹਾਡਾ ਕੋਈ ਨੁਕਸਾਨ ਹੁੰਦਾ ਹੈ ਤਾਂ ਮੈਂ ਉਸ ਨੁਕਸਾਨ ਦੀ ਪੂਰਤੀ ਕਰ ਦੇਵਾਂਗਾ। ਇਸ ਘਟਨਾ ਦੇ ਬਾਅਦ ਨਾਨਕ ਜੀ ਨੂੰ ਪਿਤਾ ਕਾਲੂ ਜੀ ਨੇ ਫਿਰ ਸਮਝਾਇਆ ਬੁਝਾਇਆ ਤੇ ਕਿਹਾ, ਪੁੱਤਰ ਮੇਰੇ ਸ਼ਬਦਾਂ ਦਾ ਕਦਾਚਿਤ ਮਤਲਬ ਇਹ ਨਹੀਂ ਕਿ ਤੂੰ ਸਾਰੇ ਰੁਪਏ ਇੱਕ ਹੀ ਵਾਰ ਵਿੱਚ ਪਰਮਾਰਥ ਲਈ ਲਗਾ ਦੇਵੇਂ। ਮੈਂ ਤਾਂ ਚਾਹੁੰਦਾ ਸੀ ਕਿ ਤੁਸੀਂ ਆਤਮ ਨਿਰਭਰ ਬਣੋ। ਇਸ ਪ੍ਰਕਾਰ ਪਿਤਾ ਜੀ ਨੇ ਫਿਰ ਨਾਨਕ ਜੀ ਨੂੰ ਵਪਾਰ ਲਈ ਰਾਜੀ ਕਰ ਲਿਆ। ਵਾਸਤਵ ਵਿੱਚ ਨਾਨਕ ਜੀ ਵੀ ਚਾਹੁੰਦੇ ਸਨ ਕਿ ਉਹ ਆਪ ਉਪਜੀਵਿਕਾ ਹੈਤੂ ਆਪਣੇ ਹੱਥਾਂ ਵੱਲੋਂ ਮਿਹਨਤ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ